ਤੇ ਪਹਿਲਾਂ ਇਹ ਜਿਹੜਾ ਟੈਕਸ ਹੈਗਾ ਵਾ ਵਾਟਰ ਸੈਸ ਦੀ ਸ਼ੇਪ ਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਲੈਂਦਾ ਸੀਗਾ। ਇਹਦੇ ਉੱਤੇ ਪਾਣੀ ਕੱਢਣ ਦੇ ਉੱਤੇ ਇੱਕ ਮਾਈਨਿੰਗ ਦਾ ਜਿੱਦਾਂ ਟੈਕਸ ਲੱਗ ਗਿਆ ਨਵਾਂ, ਜਿਹੜਾ ਪਹਿਲਾਂ ਸੈਂਟਰਲ ਗਰਾਊਂਡ ਅਥਾਰਟੀ ਨੇ ਇਹ ਕਾਨੂੰਨ ਬਣਾਇਆ ਸੀਗਾ ਤੇ ਹੁਣ ਪੰਜਾਬ ਸਰਕਾਰ ਨੇ ਉਹਨੂੰ ਫੋਲੋ ਕੀਤਾ, ਕਿਉਂਕਿ ਉਹਨਾਂ ਨੇ ਮਤਲਬ ਹਰ ਸਟੇਟ ਨੇ ਆਪਣਾ ਆਪਣਾ ਕਰਨਾ ਵਾ। ਜੋ ਟੈਕਸ ਦਾ ਰੇਟ ਡਿਸਾਈਡ ਕੀਤਾ ਗਿਆ ਉਹ ਇੰਨਾ ਜ਼ਿਆਦਾ ਹੈ ਕਿ ਉਹਨਾਂ ਇੰਡਸਟਰੀ ਦੀ ਕਮਾਈ ਵੀ ਹੈ ਨਹੀਂ ਗੀ, ਉਹਦੇ ਨਾਲੋਂ ਜ਼ਿਆਦਾ ਟੈਕਸ ਹੈ। ਵਾਟਰ ਸਾਡਾ ਰॉ ਮਟੀਰੀਅਲ ਹੈ, ਜਿੱਦਾਂ ਐਗਰੀਕਲਚਰ ਦੇ ਵਿੱਚ ਪਾਣੀ ਤੋਂ ਬਗੈਰ ਉਹ ਨਹੀਂ ਚੱਲ ਸਕਦੇ, ਇੱਦਾਂ ਹੀ ਟੈਕਸਟਾਈਲ ਵੀ ਪਾਣੀ ਤੋਂ ਬਗੈਰ ਨਹੀਂ ਚੱਲ ਸਕਦਾ। ਤੇ ਇਹ ਬਹੁਤ ਜ਼ਿਆਦਾ ਵੱਡੀ ਮਾਰ ਪੈਣ ਜਾ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਇੱਥੇ ਕੰਮ ਬਹੁਤ ਜ਼ਿਆਦਾ ਇਫੈਕਟ ਕਰੇਗਾ। ਇਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ? ਜਿਵੇਂ 250 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੇ ਹੋਰ ਇੰਡਸਟਰੀ ਦੇ ਉੱਪਰ ਬੋਝ ਪਾਉਣ ਦੀ ਤਿਆਰੀ ਕਰ ਲਈ ਹੈਗੀ। ਜੇ ਇਸ ਤਰ੍ਹਾਂ ਦੇ ਹਾਲਾਤ ਚੱਲਦੇ ਰਹੇ ਤੇ ਮੈਨੂੰ ਲੱਗਦਾ ਵੀ ਸਾਨੂੰ ਫੈਕਟਰੀਆਂ ਬੰਦ ਕਰਨੀਆਂ ਪੈਣੀਆਂ। ਤੇ ਹੁਣ ਜਿਹੜੇ ਤੁਹਾਡੇ ਤੋਂ ਆਬਜੈਕਸ਼ਨਸ ਮੰਗੇ ਗਏ, ਤੁਹਾਨੂੰ ਉਮੀਦ ਹੈਗੀ ਹੈ ਕਿ ਉਹ ਮੰਨੇ ਜਾਣਗੇ? ਇਸ ਤਰ੍ਹਾਂ ਹੈ, ਇਸ ਇੰਡਸਟਰੀ ਨੂੰ ਜੇ ਇਸ ਤਰ੍ਹਾਂ ਹੀ ਮਾਰਦੇ ਰਹੇ ਤਾਂ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਤਾਂ ਇੰਡਸਟਰੀ ਨੂੰ ਮਰਨ ਤੋਂ ਕੋਈ ਨਹੀਂ ਰੋਕ ਸਕਦਾ। ਵਾਇਬਲ ਬਿਲਕੁਲ ਨਹੀਂ ਰਹੇਗੀ ਔਰ ਦਿਸ ਟੈਕਸ ਸ਼ੁੱਡ ਬੀ ਡਿਕਰੀਜ਼ਡ ਟੂ ਜ਼ੀਰੋ ਲੈਵਲ। ਇਸ ਟੈਕਸ ਨੂੰ ਲਗਾਉਣ ਦੀ ਸਡਨਲੀ ਉਹਨਾਂ ਨੇ ਇਹਦੇ ਲਈ ਕੋਈ ਇਹਨਾਂ ਨੇ ਬੇਸ ਕੀ ਦਿੱਤਾ, ਆਧਾਰ ਕੀ ਦਿੱਤਾ ਕਿ ਕਿਉਂ ਇਹ ਟੈਕਸ ਲਗਾਉਣਾ ਜਾ? ਪਰ ਜਿਹੜਾ ਹੁਣ ਬੇਸਿਕਲੀ ਜਿੰਨਾ ਕੁ ਪਾਣੀ ਲੱਗਣਾ ਉਹਨਾਂ ਤਾਂ ਲੱਗਣਾ ਜ਼ਰੂਰੀ ਹੈ, ਉਸ ਤੋਂ ਬਗੈਰ ਅਸੀਂ ਕੰਮ ਨਹੀਂ ਕਰ ਸਕਦੇ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੰਡਸਟਰੀ ਨੂੰ ਤਾਰ ਪੀੜੋ ਕਰਨ ਲਈ ਇੱਕ ਵਾਰੀ ਫੇਰ ਇੱਕ ਨਵਾਂ ਟੈਕਸ ਲਗਾਉਣਾ ਸੀ, ਸਰਕਾਰ ਨੇ ਆਪਣੀ ਕਲੈਕਸ਼ਨ ਕਰਨੀ ਸੀ। ਇਹ ਤਾਂ ਹੁਣ ਟਾਈਮ ਹੀ ਦੱਸੂਗਾ ਕਿ ਜੇ ਹੁਣ ਇੰਡਸਟਰੀ ਦੀ ਰਾਏ ਜਾਂ ਮਤਲਬ ਸਾਰਿਆਂ ਦੀ ਨਾ ਲਿੱਤੀ ਗਈ ਤਾਂ ਅੱਗੇ ਤਾਂ ਬਲੈਕ ਡੇਜ਼ ਹੀ ਦਿਖ ਰਹੇ ਨੇ ਇੰਡਸਟਰੀ। ਸਰਫੇਸ ਵਾਟਰ ਟੋਟਲ ਫ੍ਰੀ ਆਫ ਕਾਸਟ ਹੈ, ਟੋਟਲ ਫ੍ਰੀ ਆਫ ਕਾਸਟ, ਬਹੁਤ ਹੀ ਘੱਟ, ਚਾਹੇ ਇੰਡਸਟਰੀ ਯੂਜ਼ ਕਰੇ ਚਾਹੇ ਡੋਮੈਸਟਿਕ ਯੂਜ਼ ਕਰਨ। ਜੇ ਸਰਕਾਰਾਂ ਨੂੰ ਤੁਸੀਂ ਉਹਨੂੰ ਆਬਜੈਕਸ਼ਨ ਭੇਜ ਰਹੇ ਹੋ, ਜੇ ਆਬਜੈਕਸ਼ਨ ਤੁਹਾਡੀ ਨਹੀਂ ਮੰਨਦੇ ਤਾਂ ਫਿਰ ਤੁਹਾਡਾ ਕੀ ਅਗਲਾ ਸਟੈਪ ਹੈ? ਇਹਦਾ ਪ੍ਰੋਟੈਸਟ ਕਰਾਂਗੇ, ਕਿਉਂਕਿ ਇੰਡਸਟਰੀ ਨੂੰ ਕਿਸੇ ਵੀ ਕੀਮਤ ਤੇ ਬੇਅਰ ਨਹੀਂ ਕਰ ਸਕਦੀ ਸਾਡੀ। ਇਸ ਤੋਂ ਅੱਛਾ ਤਾਂ ਅਸੀਂ ਆਪਣੀ ਫੈਕਟਰੀਆਂ ਬੰਦ ਕਰ ਦਿੰਦੇ ਕੀ ਸੈਕਟਰਸ ਨੂੰ ਐਗਜ਼ੈਂਪਟ ਕਰ ਸਕਦੇ ਆ। ਤੇ ਟੈਕਸਟਾਈਲ ਦੇ ਵਿੱਚ ਜਦ ਰॉ ਮਟੀਰੀਅਲ ਸਾਡਾ ਹੈਗਾ ਤੇ ਰੇਟ ਇੰਨੇ ਕੁ ਮਿਨੀਮਮ ਹੋਣੇ ਚਾਹੀਦੇ ਆ ਕਿ ਅਸੀਂ ਉਹਨੂੰ ਪੇ ਕਰ ਸਕੀਏ। जन हितैषी देख रहे दर्शकों का स्वागत है जन जन की बात जन हितैषी के साथ। दोस्तों अक्सर असी तुहाडे नाल बड़े इंटरस्टिंग मुद्दे जिहड़े हैगे है, लोकां नाल जुड़ी हुई परेशानियां या कोई नवी नवी चीज़ां कार्ड वो तुहाडे तक साझियां करते रहने हैं। अज एक बारी फिर मैनू संदीप शर्मा नूं एक मौका मिला है, लुधियाने शहर च बैठ के असी एक होर बड़ा मुद्दा लैके आ रहे हैं। कोविड चल रहा है, किसानी अंदोलन चल रहा है, ये सारे च जिथे कि बड़ी मार पै रही है, हर सैक्टर नूं इस टाइम बड़े दुविधा च पई हुई है। यह जे पंजाब सरकार ने, जी हाँ पंजाब सरकार ने सेंट्रल ग्राउंड वाटर अथॉरिटी दे तर्ज ते मतलब उन्होंने फॉलो करते हुए पंजाब सरकार ने जिहड़ी लुधियाना दे विच लगाया था, पूरे पंजाब दे विच टैक्स जिहड़ा एक टैक्स लगा दिता है जिन्हों ये कहते हैं कि वाटर का जिहड़ा हैगा ग्राउंड वाटर एक्सट्रैक्शन टैक्स लगा दिता है। जी हाँ, ग्राउंड वाटर एक्सट्रैक्शन टैक्स यानी कि इंडस्ट्री कमर्शियल यूनिट जिहड़ा बंदा पानी कढ़ेगा जमीन चों उन्होंने हुण उहदे ते टैक्स देना पएगा। तो जिहदे नाल जो सानू समझ लगी है टैक्स विशेषज्ञां दे नाल असीं जिहड़े इंडस्ट्री दे माहिरां नाल गल करन पहुंचे हैं तो तुहानूं दिखाना चाहांगे कि टैक्स जिहड़े इंडस्ट्री माहिर हैगे साडे नाल बैठे अज, तो इन्हां दी असीं राय जाणांगे कि की इन्हां दी राय हैगी है आफ्टर ऑल टैक्स ते की हैगा सारा। गल करते हैं रजत जी नाल। रजत जी, ये की टैक्स हैगा जिहड़ा ग्राउंड वाटर एक्सट्रैक्शन टैक्स हैगा? नमस्कार दोस्तों, ये पंजाब सरकार ने एक ग्राउंड वाटर जिद्दां असीं प्रोसैस दे विच यूज़ करदे जिहड़े ट्यूबल लगे हुए ने हर फैक्ट्रियां दे विच जमीन चों पानी कड्ढण दा जिहड़ा हैगा ਉਹਦੇ ਉੱਤੇ ਇਹਨਾਂ ਨੇ ਟੈਕਸ ਲਾਇਆ। ਇਹਦੀ ਥੋੜ੍ਹੀ ਜਿਹੀ ਬੈਕ ਹਿਸਟਰੀ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਜਦੋਂ ਫੈਕਟਰੀਆਂ ਲੱਗੀਆਂ ਸੀਗੀਆਂ ਉਦੋਂ ਦੇ ਟਿਊਬਲ ਲੱਗੇ ਹੋਏ ਨੇ, ਉਦੋਂ ਦੇ NOCs ਲੈ ਕੇ ਫੈਕਟਰੀਆਂ ਚੱਲਦੀਆਂ ਪਈਆਂ ਨੇ, 20 25 50 ਸਾਲ ਤੋਂ ਫੈਕਟਰੀਆਂ ਚੱਲਦੀਆਂ ਪਈਆਂ ਨੇ ਸਾਰੀਆਂ ਜਿਹੜੀਆਂ ਹੈਗੀਆਂ। ਤੇ ਪਹਿਲਾਂ ਇਹ ਜਿਹੜਾ ਟੈਕਸ ਹੈਗਾ ਵਾ ਵਾਟਰ ਸੈਸ ਦੀ ਸ਼ੇਪ ਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਲੈਂਦਾ ਸੀਗਾ। ਤੇ 2017 ਦੇ ਵਿੱਚ
ਕਿਉਂਕਿ ਉਹ ਸੈਸ ਦੀ ਸ਼ੇਪ ਸੀਗੀ ਤੇ GST ਜਿਸ ਵੇਲੇ ਲੱਗਿਆ ਤੇ GST ਦੇ ਵਿੱਚ ਸਾਰੇ ਜਿਹੜੇ ਸੈਸ ਔਰ ਟੈਕਸ ਸੀਗੇ ਇਨਕਲੂਡ ਕਰਤੇ ਗਏ ਤੇ ਇਸ ਕਰਕੇ ਇਹ ਜਿਹੜਾ ਗਰਾਊਂਡ ਵਾਟਰ ਦਾ ਸੈਸ ਸੀਗਾ ਇੰਡਸਟਰੀ ਦੇ ਮਤਲਬ ਸਾਰੇ ਰਜਿਸਟਰਡ ਸੀਗੇ ਬੰਦੇ ਔਰ ਉਹ ਸੈਸ ਪੇ ਕਰ ਰਹੇ ਸੀਗੇ ਤੇ ਇਹ ਸੈਸ ਜਿਹੜਾ ਹੈਗਾ GST 'ਚ ਇਨਕਲੂਡ ਹੋ ਗਿਆ ਔਰ GST ਦੀ ਸ਼ੇਪ 'ਚ ਅੱਜ ਵੀ ਇੰਡਸਟਰੀ ਉਹ ਪੇ ਕਰ ਰਹੀ ਹੈ। ਪਰ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਇਨਕਲੂਡ ਕਰਨ ਤੋਂ ਬਾਅਦ ਇੱਕ ਨਵਾਂ ਦੁਬਾਰਾ ਸੱਪ ਕੱਢਤਾ। ਹਾਂ ਮਤਲਬ ਕਿਉਂਕਿ ਜੇ ਆਪਾਂ ਮਤਲਬ ਟੈਕਨੀਕਲੀ ਦੇਖਿਆ ਜਾਵੇ ਕਿ ਪਹਿਲਾਂ ਵਾਟਰ ਸੈਸ ਨੂੰ ਐਡ ਕਰਤਾ ਗਿਆ GST ਦੇ ਵਿੱਚ ਤੇ ਉਹ ਇੰਡਸਟਰੀ ਅੱਜ ਤੱਕ ਪੇ ਕਰ ਰਹੀ ਸੀਗੀ। ਹੁਣ ਇੱਕ ਤਰੀਕੇ ਨਾਲ ਇਹ ਬਣਾਤਾ ਗਿਆ ਕਿ ਤੁਹਾਡੇ ਟਿਊਬਵੈੱਲ ਜਿਹੜੇ ਹੈਗੇ ਆ ਉਹ ਇਲੀਗਲ ਹੈ ਤੇ ਇਸ ਕਰਕੇ ਤੁਹਾਨੂੰ ਦੁਬਾਰਾ ਰਜਿਸਟਰ ਹੋਣਾ ਪਊਗਾ ਤੇ ਇਹਦੇ ਉੱਤੇ ਪਾਣੀ ਕੱਢਣ ਦੇ ਉੱਤੇ ਇੱਕ ਮਾਈਨਿੰਗ ਦਾ ਜਿੱਦਾਂ ਟੈਕਸ ਲੱਗ ਗਿਆ ਨਵਾਂ, ਜਿਹੜਾ ਪਹਿਲਾਂ ਸੈਂਟਰਲ ਗਰਾਊਂਡ ਅਥਾਰਟੀ ਨੇ ਇਹ ਕਾਨੂੰਨ ਬਣਾਇਆ ਸੀਗਾ ਤੇ ਹੁਣ ਪੰਜਾਬ ਸਰਕਾਰ ਨੇ ਉਹਨੂੰ ਫੋਲੋ ਕੀਤਾ ਕਿਉਂਕਿ ਉਹਨਾਂ ਨੇ ਮਤਲਬ ਹਰ ਸਟੇਟ ਨੇ ਆਪਣਾ ਆਪਣਾ ਕਰਨਾ ਵਾ ਤੇ ਇਹਦੇ ਰੇਟਸ ਜਿਹੜੇ ਹੈਗੇ ਸੈਂਟਰ ਨੇ ਕੁਝ ਡਿਫਾਈਨ ਕੀਤੇ ਸੀਗੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਕੁਝ ਕੀਤੇ ਆ। ਅੱਜ ਜਦੋਂ ਅਸੀਂ ਟੈਕਨੀਕਲ ਬੰਦੇ ਕਿਉਂਕਿ ਇੰਡਸਟਰੀ ਦੇ ਲਈ ਇਹ ਬਹੁਤ ਜੋ ਰੇਟ ਹੋਏ ਆ ਇਹਨਾਂ ਨੇ ਕੁਝ ਸੁਜੈਸ਼ਨਸ ਮੰਗੀਆਂ ਸੀਗੀਆਂ ਇੰਡਸਟਰੀ ਨੇ ਦਿੱਤੀਆਂ ਪਰ ਉਹ ਇਨਕਲੂਡ ਨਹੀਂ ਕੀਤੀਆਂ ਗਈਆਂ ਇਹਦੇ ਵਿੱਚ ਜਿਸ ਵੇਲੇ ਇਹ ਪਾਲਿਸੀ ਬਣਾਈ ਗਈ। ਹੁਣ 18 ਤਰੀਕ ਨੂੰ ਲਾਸਟ ਡੇਟ ਸੀਗੀ, ਉਹਦੇ ਵਿੱਚ ਓਬਜੈਕਸ਼ਨਸ ਫਾਈਲ ਕਰਨ ਦੀ ਸੀਗੀ। ਇੰਡਸਟਰੀਅਲ ਐਸੋਸੀਏਸ਼ਨਸ ਨੇ ਸਾਰੀਆਂ ਨੇ ਇਕੱਠੇ ਹੋ ਕੇ ਟੈਕਨੀਕਲ ਬੰਦੇ ਹਾਇਰ ਕਰਕੇ ਐਡਵੋਕੇਟ ਹਾਇਰ ਕਰਕੇ ਸਾਰੀਆਂ ਓਬਜੈਕਸ਼ਨਸ ਬਣਵਾਈਆਂ ਤੇ ਅੱਜ ਬਾਵਾ ਜੀ ਦੀ ਚੇਅਰਮੈਨਸ਼ਿਪ ਦੇ ਵਿੱਚ ਇਹ ਜਿਹੜੀਆਂ ਓਬਜੈਕਸ਼ਨਸ ਹੈਗੀਆਂ ਵਾ ਫਾਈਲ ਕਰਤੀਆਂ ਗਈਆਂ ਤੇ ਹੁਣ ਨੈਕਸਟ ਜਿਹੜਾ ਹੈਗਾ ਵਾ ਕਿਉਂਕਿ ਇਹਦੇ 'ਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਕਿ ਜੋ ਟੈਕਸ ਦਾ ਰੇਟ ਡਿਸਾਈਡ ਕੀਤਾ ਗਿਆ ਉਹ ਇੰਨਾ ਜ਼ਿਆਦਾ ਹੈ ਕਿ ਉਹਨਾਂ ਇੰਡਸਟਰੀ ਦੀ ਕਮਾਈ ਵੀ ਹੈ ਨਹੀਂ ਗੀ, ਉਹਦੇ ਨਾਲੋਂ ਜ਼ਿਆਦਾ ਟੈਕਸ ਹੈ। ਇੱਕ ਤਾਂ ਇਹ ਹੁੰਦਾ ਪਲੱਸ ਜੇ ਲੁਧਿਆਣੇ ਦੀ ਟੈਕਸਟਾਈਲ ਡਾਈਂਗ ਇੰਡਸਟਰੀ ਨੂੰ ਆਪਾਂ ਦੇਖ ਲਈਏ ਤਾਂ ਘੱਟੋ ਘੱਟ 250 ਕਰੋੜ ਰੁਪਈਏ ਦੀ ਲਾਇਬਿਲਿਟੀ ਜਿਹੜੀ ਹੈਗੀ ਹੈ ਉਹ ਸਿਰਫ ਡਾਈਂਗ ਇੰਡਸਟਰੀ ਦੇ ਉੱਤੇ ਪੈਂਦੀ ਹੈ ਕਿਉਂਕਿ ਟੈਕਸਟਾਈਲ ਜਿਹੜੀ ਹੈਗੀ ਹੈ ਵਾਟਰ ਸਾਡਾ ਰॉ ਮਟੀਰੀਅਲ ਹੈ। ਜਿੱਦਾਂ ਐਗਰੀਕਲਚਰ ਦੇ ਵਿੱਚ ਪਾਣੀ ਤੋਂ ਬਗੈਰ ਉਹ ਨਹੀਂ ਚੱਲ ਸਕਦੇ, ਇੱਦਾਂ ਹੀ ਟੈਕਸਟਾਈਲ ਵੀ ਪਾਣੀ ਤੋਂ ਬਗੈਰ ਨਹੀਂ ਚੱਲ ਸਕਦੀ ਤੇ ਸਾਡਾ ਰॉ ਮਟੀਰੀਅਲ ਪਾਣੀ ਹੋਣ ਦੇ ਕਾਰਨ ਜ਼ਿਆਦਾ ਇਫੈਕਟਿਵ ਇਹਦਾ ਜਿਹੜਾ ਹੈਗਾ ਵਾ ਹੈ ਤਾਂ ਸਾਰੀ ਇੰਡਸਟਰੀ 'ਤੇ ਆਇਆ ਟੈਕਸ ਪਰ ਸਾਡੀ ਟੈਕਸਟਾਈਲ ਦੇ ਉੱਤੇ ਜਿਹੜਾ ਹੈਗਾ ਵਾ ਇਹਦਾ ਇਫੈਕਟ ਬਹੁਤ ਜ਼ਿਆਦਾ ਪੈ ਰਿਹਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਟੈਕਸਟਾਈਲ ਇੰਡਸਟਰੀ ਦੀ ਜੇ ਇਕੱਲੀ ਗੱਲ ਕਰੀਏ ਤੇ ਉੱਥੇ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੁੰਦੀਆਂ। ਹਾਂਜੀ ਤੇ ਹੁਣ ਜੇ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਹੋ ਗਿਆ ਹੈ 250 ਕਰੋੜ ਰੁਪਏ ਦੀ ਤੁਸੀਂ ਗੱਲ ਕੀਤੀ ਹੈ ਕਿ ਲਗਭਗ ਇਹ ਕਿੰਨੇ ਕੁ ਯੂਨਿਟਾਂ ਤੇ ਰਫਲੀ ਆ ਗਿਆ? ਦੇਖੋ ਜੀ ਟੈਕਸਟਾਈਲ ਦੇ ਲੁਧਿਆਣੇ ਦੇ ਵਿੱਚ 250 ਯੂਨਿਟ ਹੋਊਗਾ ਜਿਹਦੇ ਵਿੱਚ ਵੱਡੇ ਯੂਨਿਟ 20-25 ਹੋਣਗੇ ਤੇ ਬਾਕੀ 225 ਜਿਹੜੇ ਹੈਗੇ ਆ ਸਮਾਲ ਐਂਡ ਮੀਡੀਅਮ ਸੈਕਟਰ ਦੇ ਹੈਗੇ ਆ ਜਿਨ੍ਹਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਵੱਡੀ ਮਾਰ ਪੈਣ ਜਾ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਕੰਮ ਬਹੁਤ ਜ਼ਿਆਦਾ ਇਫੈਕਟ ਕਰੇਗਾ ਇਹਦੇ ਉੱਤੇ। ਜੇ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਦਾਂ ਦਾ ਹੈਗਾ ਟੈਕਸ, ਇਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ ਜਿਵੇਂ? ਨਹੀਂ ਫਿਲਹਾਲ ਕਿਉਂਕਿ ਦੇਖੋ ਜਦੋਂ ਉਹਨਾਂ ਨੇ ਓਬਜੈਕਸ਼ਨਸ ਮੰਗੀਆਂ ਸੀਗੀਆਂ ਪਹਿਲਾਂ ਜਦੋਂ ਪਾਲਿਸੀ ਫਰੇਮ ਕਰਨੀ ਸੀਗੀ ਤੇ ਇੰਡਸਟਰੀ ਨੇ ਆਪਣੀਆਂ ਓਬਜੈਕਸ਼ਨਸ ਬਣਾ ਕੇ ਭੇਜੀਆਂ ਸੀਗੀਆਂ ਕਿ ਇੱਦਾਂ ਦਾ ਕੰਮ ਸਾਡੇ ਨਾਲ ਜੇ ਹੋਇਆ ਤੇ ਮਤਲਬ ਬਹੁਤ ਨੁਕਸਾਨਦਾਇਕ ਹੋਊਗਾ ਪਰ ਉਹ ਚੀਜ਼ਾਂ ਪਾਲਿਸੀ ਬਣਾਉਣ ਵੇਲੇ ਤਾਂ ਨਹੀਂ ਕੁਝ ਹੋਈਆਂ ਤੇ ਹੁਣ ਉਹਨਾਂ ਨੇ ਕਿਉਂਕਿ ਜਦੋਂ ਪਿਛਲੇ ਮਹੀਨੇ ਹੀ ਇਹਦੀ ਆਈ ਹੈ ਤੇ 18 ਤਰੀਕ ਤੱਕ ਉਹਨਾਂ ਨੇ ਓਬਜੈਕਸ਼ਨਸ ਮੰਗੀਆਂ ਸੀਗੀਆਂ। ਓਬਜੈਕਸ਼ਨਸ ਬਣਾ ਕੇ ਅਸੀਂ ਅੱਜ ਫਾਈਲ ਕਰ ਦਿੱਤੀਆਂ ਵਾ। ਹੁਣ ਇਹਦੇ ਉੱਤੇ ਕੀ ਹੁੰਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦੇਖਾਂਗੇ। ਤੇ ਜੇ ਗੱਲ ਕਰੀਏ ਹੁਣ ਅਸੀਂ ਤਰੁਣ ਜੈਨ ਬਾਬਾ ਜੀ ਨਾਲ ਜਿਨ੍ਹਾਂ ਦੀ ਚੇਅਰਮੈਨਸ਼ਿਪ 'ਚ ਹੋਈ ਹੈ, ਬਾਬਾ ਜੀ ਤੁਹਾਡਾ ਇਸ ਬਾਰੇ 'ਚ ਕੀ ਕਹਿਣਾ ਹੈਗਾ, ਕੀ ਟੋਟਲ ਮੁੱਦਾ ਹੈਗਾ? ਸਾਰਿਆਂ ਨੂੰ ਬਹੁਤ ਬਹੁਤ ਨਮਸਕਾਰ ਜੀ। ਮੈਂ ਇਸ ਚਾਹ ਕਹਿਣਾ ਚਾਹੁੰਦਾ ਜੀ ਬਈ ਅੱਜ ਇੰਡਸਟਰੀ ਬਹੁਤ ਬੁਰੇ ਦੌਰ 'ਚੋਂ ਨਿਕਲ ਰਹੀ ਹੈ। 22 ਮਾਰਚ ਤੋਂ ਲਾਕਡਾਊਨ ਹੋ ਗਿਆ ਸੀਗਾ, ਸਾਰੀ ਇੰਡਸਟਰੀ ਹੋਰ ਵੀ ਸਾਰੇ ਦੇਸ਼ ਵਾਸੀਆਂ ਨੇ ਕੋਵਿਡ ਦੀ ਮਾਰ ਨੂੰ ਝੇਲ ਰਿਹਾ। ਹਲੇ ਕੋਵਿਡ ਦੀ ਮਾਰ 'ਚੋਂ ਹਲੇ ਅਸੀਂ ਨਿਕਲੇ ਹੀ ਸੀਗੇ ਤੇ ਜਦੋਂ ਅਸੀਂ ਆਪਣਾ 15 MLD ਦਾ CTP ਚਾਲੂ ਕੀਤਾ ਤੇ ਸਾਨੂੰ ਤਕਰੀਬਨ 1.25 ਕਰੋੜ ਰੁਪਈਆ ਮਹੀਨੇ ਦਾ ਸਾਨੂੰ ਉਹਦਾ ਖਰਚਾ ਪੈਣਾ ਸ਼ੁਰੂ ਹੋ ਗਿਆ। ਅਸੀਂ ਉਹ ਖਰਚਾ ਵੀ ਇੰਡਸਟਰੀ ਬੇਅਰ ਕਰ ਰਹੀ ਸੀ। 3 ਪੈਸਾ ਲੀਟਰ ਸਾਡੀ ਟ੍ਰੀਟਮੈਂਟ ਕਾਸਟ ਆਉਣ ਲੱਗ ਗਈ, ਜਿਹੜਾ ਕਿ ਪੰਜਾਬ ਦਾ ਪਹਿਲਾ ਟ੍ਰੀਟਮੈਂਟ ਪਲਾਂਟ ਅਸੀਂ 15 MLD ਦਾ ਚਾਲੂ ਕੀਤਾ ਔਰ ਸਿਰਫ ਉਹ 15 ਫੈਕਟਰੀਆਂ ਉਹਨੂੰ ਬੀਅਰ ਕਰ ਰਹੀਆਂ। ਨੰਬਰ 2 ਦੇ ਉੱਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਜੀ ਹੁਣ ਕਿਸਾਨਾਂ ਦਾ ਮੁੱਦਾ ਆ ਗਿਆ। ਵਪਾਰ ਚਲਦੇ ਚਲਦੇ ਇੱਕਦਮ ਬ੍ਰੇਕ ਲੱਗ ਗਈ। ਅੱਜ ਵਪਾਰੀ ਡਰ ਦੇ ਮਾਰੇ ਆ ਨਹੀਂ ਰਿਹਾ। ਸਾਡਾ ਕੋਈ ਬਾਹਰੋਂ ਦੀ ਰॉ ਮਟੀਰੀਅਲ ਆਉਣਾ ਹੈਗਾ ਉਹ ਨਹੀਂ ਆ ਰਿਹਾ। ਸਾਡੇ ਮਾਲ ਇੱਥੋਂ ਦੀ ਜਾ ਨਹੀਂ ਰਹੇ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਆ ਬੇਨਤੀ ਵੀ ਕਰੂੰਗਾ ਬਈ ਤੁਸੀਂ ਟਕਰਾਵ ਦਾ ਮੁੱਦਾ ਛੱਡ ਕੇ ਥੋੜ੍ਹਾ ਜਿਹਾ ਫਲੈਕਸੀਬਲ ਹੋ
ਅਸੀਂ ਵੀ ਤੁਹਾਡੇ ਨਾਲ ਆ ਕੇ ਉੱਥੇ ਉਸ ਤੁਹਾਡੇ ਦੁੱਖ ਦੇ ਵਿੱਚ, ਤੁਹਾਡੇ ਧਰਨੇ ਦੇ ਵਿੱਚ ਬਹਿਣ ਨੂੰ ਤਿਆਰ ਹੈ, ਪਰ ਤੁਸੀਂ ਆਵਾਜਾਵੀ ਦੇ ਘੱਟੋ ਘੱਟ, ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਕਿਸਾਨ ਭਰਾਵਾਂ ਨੂੰ, ਘੱਟੋ ਘੱਟ ਆਵਾਜਾਵੀ ਦੇ ਰਸਤੇ ਨਾ ਰੋਕੋ, ਤਾਂ ਕਿ ਕਾਰੋਬਾਰ ਤਾਂ ਚੱਲਦਾ ਰਹੇ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਹੁਣ 250 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੇ ਹੋਰ ਇੰਡਸਟਰੀ ਦੇ ਉੱਪਰ ਬੋਝ ਪਾਉਣ ਦੀ ਤਿਆਰੀ ਕਰ ਲਈ ਹੈਗੀ ਹੈ। ਜਿਹੜੇ ਲੁਧਿਆਣਾ ਸ਼ਹਿਰ ਦੇ ਟੈਕਸਟਾਈਲ ਦੇ ਤਕਰੀਬਨ 300 ਯੂਨਿਟਾਂ ਦੇ ਉੱਤੇ ਆ 250 ਕਰੋੜ ਰੁਪਏ ਦਾ ਬੋਝ ਪੈਣ ਜਾ ਰਿਹਾ ਹੈਗਾ। ਜੇ ਇਸ ਤਰ੍ਹਾਂ ਦੇ ਹਾਲਾਤ ਚੱਲਦੇ ਰਹੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਫੈਕਟਰੀਆਂ ਬੰਦ ਕਰਨੀਆਂ ਪੈਣੀਆਂ। ਤੇ ਆਪਾਂ ਸੁਣਦੇ ਸੀ ਵੀ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ, ਤੇ ਅੱਜ ਕਿਸਾਨ ਸੜਕਾਂ 'ਤੇ ਬੈਠਾ ਹੈ। ਤੇ ਮੈਨੂੰ ਲੱਗਦਾ ਜੀ ਕਾਰਖਾਨੇ ਬੰਦ ਕਰਕੇ, ਸਾਨੂੰ ਵੀ ਆਪਣੀ ਫੈਕਟਰੀਆਂ ਬੰਦ ਕਰਕੇ ਇਹਨਾਂ ਦੇ ਅੰਦੋਲਨ ਵਿੱਚ ਇਹਨਾਂ ਦੇ ਨਾਲ ਜਾ ਕੇ ਬਹਿਣਾ ਪਊਗਾ, ਜਾਂ ਬਹੁਤ ਜਲਦੀ ਖਬਰਾਂ ਸੁਣੂਗੇ ਵੀ ਕੋਈ ਲਾਲਾ ਕੋਈ ਫੈਕਟਰੀ ਦੇ ਵਿੱਚ ਪੱਖੇ ਨਾਲ ਟੰਗਾ ਪਾਇਆ ਗਿਆ। ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈਗਾ, ਬਹੁਤ ਬੁਰੇ ਦੌਰ 'ਚੋਂ ਇਸ ਟਾਈਮ ਸਾਡੀ ਇੰਡਸਟਰੀ ਚੱਲ ਰਹੀ ਹੈਗੀ ਹੈ। ਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈਗੀ ਹੈ ਵੀ ਆ ਜਿਹੜੀ ਅਸੀਂ ਆਬਜੈਕਸ਼ਨ ਅੱਜ ਅਸੀਂ ਇੱਥੇ ਫਾਈਲ ਕਰਨ ਜਾ ਰਹੇ ਹੈਗੇ ਹਾਂ, ਇਹਦੇ ਉੱਤੇ ਸਾਡੇ ਟ੍ਰੀਟਮੈਂਟ ਪਲਾਂਟਸ ਦੇ ਉੱਤੇ ਸਾਡੀ ਪਹਿਲੀ ਕਾਸਟ ਆ ਗਈ, ਸਾਡੇ ਉੱਪਰ ਤਾਂ ਆਹ ਐਕਸਟ੍ਰੈਕਸ਼ਨ ਟੈਕਸ ਸਾਡੇ ਤੋਂ ਤਾਂ ਲੱਗਣਾ ਹੀ ਨਹੀਂ ਚਾਹੀਦਾ ਹੈਗਾ। ਸਰ ਇੱਕ ਗੱਲ ਕਰੀਏ ਕਿ ਜਿਵੇਂ ਤੁਸੀਂ ਦੱਸਿਆ ਹੁਣੇ ਕਿ ਤੁਹਾਡੇ ਤੋਂ ਪਹਿਲਾਂ ਸੁਜੈਸ਼ਨਸ ਮੰਗੇ ਗਏ ਸੀ, ਪਰ ਸੁਜੈਸ਼ਨਸ ਜਿਹੜੇ ਪਾਲਿਸੀ ਦੇ ਵਿੱਚ ਐਡ ਤਾਂ ਕੀਤੇ ਨਹੀਂ ਗਏ, ਉਹਨਾਂ ਨੂੰ ਸੋਧ ਤਾਂ ਕੀਤਾ ਹੀ ਨਹੀਂ ਗਿਆ। ਤੇ ਹੁਣ ਜਿਹੜੇ ਤੁਹਾਡੇ ਤੋਂ ਆਬਜੈਕਸ਼ਨਸ ਮੰਗੇ ਗਏ, ਤੁਹਾਨੂੰ ਉਮੀਦ ਹੈਗੀ ਹੈ ਕਿ ਉਹ ਮੰਨੇ ਜਾਣਗੇ? ਦੇਖੋ ਜੀ, ਅਗਰ ਮੈਂ ਫਿਰ ਪੁਰਾਣੀ ਗੱਲ ਅਗਰ ਕਰਾਂ, ਅਗਰ ਬੁੱਢੇ ਨਾਲੇ ਵਾਸਤੇ ਅਸੀਂ ਜੋ ਪਹਿਲੇ ਸੁਜੈਸ਼ਨਸ ਨਾ ਤਾਂ ਜਦੋਂ ਸਾਡੇ ਤੋਂ ਮੰਗੇ ਗਏ ਤੇ ਉਦੋਂ ਨਹੀਂ ਮੰਗੇ, ਅਸੀਂ ਜਦੋਂ ਆਬਜੈਕਸ਼ਨ ਕੀਤਾ, ਅਗਰ ਸਾਡੇ ਆਬਜੈਕਸ਼ਨ ਮੰਨ ਲਿੱਤੇ ਜਾਂਦੇ ਤੇ ਅੱਜ 325 ਕਰੋੜ ਦਾ ਕੰਮ 650 ਕਰੋੜ ਰੁਪਏ ਦਾ ਅਫਸਰ ਮਿਲ ਕੇ ਇਹਨੂੰ ਨਾ ਦਰਸਾਉਂਦੇ। ਤੇ ਅੱਜ ਵੀ ਹੁਣ ਸਾਡੇ ਤੋਂ ਆਬਜੈਕਸ਼ਨਸ ਹੀ ਮੰਗ ਰਹੇ, ਸੁਜੈਸ਼ਨ ਤਾਂ ਮੰਗ ਹੀ ਨਹੀਂ ਰਹੇ। ਤੇ ਪੰਜਾਬ ਸਰਕਾਰ ਦਾ ਜੇ ਆਹੀ ਹਾਲਾਤ ਰਿਹਾ, ਇੰਡਸਟਰੀ ਦੇ ਪ੍ਰਤੀ ਆਹੀ ਰਵੱਈਆ ਰਿਹਾ, ਤੇ ਇੱਕ ਨਾ ਇੱਕ ਦਿਨ ਜੋ ਮੈਨੂੰ ਲੱਗ ਰਿਹਾ ਆ ਇੰਡਸਟਰੀ ਮਾਈਗ੍ਰੇਟ ਹੋਣ ਦੇ ਉੱਤੇ ਮਜਬੂਰ ਹੋ ਜਾਏਗੀ। ਸਰ ਹੁਣ ਗੱਲ ਕਰਦੇ ਹਾਂ ਮਹਿਤਾਨੀ ਸਾਹਿਬ ਨਾਲ। ਮਹਿਤਾਨੀ ਸਾਹਿਬ ਵੀ ਜਿਹੜੇ ਹੈਗੇ ਆ ਫੋਕਲ ਪੁਆਇੰਟ ਜਿਹੜੇ ਉਧਰ ਹੈਗੇ ਡਾਈਂਗ ਇੰਡਸਟਰੀ ਦੇ ਜਨਰਲ ਸੈਕਟਰੀ ਹੈਗੇ ਹੈ, ਤੇ ਅਸੀਂ ਪੁੱਛਣਾ ਚਾਹਾਂਗੇ ਮਹਿਤਾਨੀ ਸਾਹਿਬ ਤੁਹਾਡਾ ਇਸ ਬਾਰੇ 'ਚ ਕੀ ਕਹਿਣਾ? ਗੁੱਡ ਆਫਟਰਨੂਨ एवरीवन। ਇਸ ਤਰ੍ਹਾਂ ਹੈ, ਇਸ ਇੰਡਸਟਰੀ ਨੂੰ ਜੇ ਇਸ ਤਰ੍ਹਾਂ ਹੀ ਮਾਰਦੇ ਰਹੇ ਤਾਂ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਤਾਂ ਇੰਡਸਟਰੀ ਨੂੰ ਮਰਨ ਤੋਂ ਕੋਈ ਨਹੀਂ ਰੋਕ ਸਕਦਾ। ਪਰ ਸਰਕਾਰਾਂ ਇੰਡਸਟਰੀ ਨੂੰ ਟਾਰਗੇਟ ਕਰਦੀਆਂ, ਟੈਕਸ ਵੀ, ਇਨਕਮ ਟੈਕਸ ਵੀ ਲੱਗ ਰਿਹਾ, GST ਵੀ ਲੱਗ ਰਿਹਾ, ਐਮਪਲੋਇਮੈਂਟ ਵੀ ਦੇ ਰਹੇ ਆ, ਪ੍ਰੋਵੀਡੈਂਟ ਫੰਡਸ ਵੀ ਨੇ, ਹਰ ਤਰ੍ਹਾਂ ਦੇ ਟੈਕਸ ਇੰਡਸਟਰੀ 'ਤੇ ਲੱਗ ਰਹੇ ਨੇ। ਦਿਸ ਐਡੀਸ਼ਨਲ ਟੈਕਸ ਇੰਡਸਟਰੀ ਬਿਲਕੁਲ ਨਹੀਂ ਪੇ ਕਰ ਪਾਏਗੀ। ਜੇ ਪੇ ਕਰੇਗੀ ਤਾਂ ਲੋਨ ਲੈਣੇ ਪੈਣਗੇ, ਜੇ ਲੋਨ ਲੈਣੇ ਪੈਣਗੇ ਤਾਂ ਇੰਡਸਟਰੀ ਬਰਬਾਦ ਹੋ ਜਾਏਗੀ, ਵਾਇਬਲ ਬਿਲਕੁਲ ਨਹੀਂ ਰਹੇਗੀ। ਔਰ ਦਿਸ ਟੈਕਸ ਸ਼ੁੱਡ ਬੀ ਡਿਕਰੀਜ਼ਡ ਟੂ ਜ਼ੀਰੋ ਲੈਵਲ, ਬਿਕॉज ऑलरेडी पानी ट्रीट कर रहे हैं टू दी स्टैंडर्ड्स विच आर फिट फॉर एग्रीकल्चर यूज़ एज प्रिस्क्राइब्ड बाय दी गवर्नमेंट ऑफ इंडिया, गवर्नमेंट ऑफ पंजाब, पंजाब पोल्यूशन कंट्रोल बोर्ड, NGT एंड अदर डिपार्टमेंट्स। सो इस नूं यूज़ करते हुए देयर शुड बी नो टैक्स ऑन दी इंडस्ट्री फॉर वाटर एक्सट्रैक्शन। ਮੈਨੂੰ ਇੱਕ ਚੀਜ਼ ਦੱਸੋ ਇਹਦੇ ਵਿੱਚ, ਜਿਵੇਂ ਤੁਸੀਂ ਸਾਰੇ ਕਹਿ ਰਹੇ ਹੋ ਕਿ ਤੁਹਾਡੇ ਤੇ ਇੱਕ ਟੈਕਸ ਲਗਾ ਦਿੱਤਾ ਗਿਆ, ਜਦ ਕਿ ਰਜਤ ਜੀ ਨੇ ਦੱਸਿਆ ਕਿ ਇਹ ਆਲਰੇਡੀ GST ਦੇ ਵਿੱਚ ਇਨਕਲੂਡ ਕਰ ਚੁੱਕੇ ਆ, ਦੁਬਾਰਾ ਇੱਕ ਨਵਾਂ ਕਾਨੂੰਨ ਖੜਾ ਕਰ ਦਿੱਤਾ ਗਿਆ ਇੰਡਸਟਰੀ ਦੇ। ਇਸ ਟੈਕਸ ਨੂੰ ਲਗਾਉਣ ਦੀ ਸਡਨਲੀ ਉਹਨਾਂ ਨੇ ਇਹਦੇ ਲਈ ਕੋਈ ਇਹਨਾਂ ਨੇ ਬੇਸ ਕੀ ਦਿੱਤਾ, ਆਧਾਰ ਕੀ ਦਿੱਤਾ ਕਿ ਕਿਉਂ ਇਹ ਟੈਕਸ ਲਗਾਉਣਾ ਜਾ ਰਿਹਾ? ਮੇਨ ਇਹ ਜਿਹੜਾ ਹੈਗਾ ਕੌਜ਼ ਜਿਹੜਾ ਬਣਾਇਆ ਕਿ ਕੰਸਰਨ ਦਿਖਾਇਆ ਗਿਆ ਸੀਗਾ ਗਵਰਨਮੈਂਟ ਵੱਲੋਂ ਕਿ ਗਰਾਊਂਡ ਵਾਟਰ ਜਿਹੜਾ ਹੈਗਾ ਉਹ ਬਹੁਤ ਥੱਲੇ ਜਾ ਰਿਹਾ, ਤੇ ਉਹਨੂੰ ਰੋਕਣ ਦੇ ਲਈ ਇਹ ਜਿਹੜਾ ਹੈਗਾ ਵਾ ਉਹਨਾਂ ਨੇ ਉਪਰਾਲਾ ਕਰਨਾ, ਔਰ ਉਹਦੇ ਲਈ ਇਹ ਸਾਰੀ ਐਫਰਟ ਕੀਤੀ ਹੈ। ਸਰ ਫਿਰ ਦੇਖਿਆ ਜਾਏ ਤਾਂ ਇਹ ਤਾਂ ਬਹੁਤ ਅੱਛੀ ਗੱਲ ਹੈ, ਤੁਸੀਂ ਵੀ ਇੱਥੇ ਰਹਿੰਦੇ ਹੋ, ਮੈਂ ਵੀ ਇੱਥੇ ਰਹਿੰਦਾ, ਸਾਡੇ ਸਾਰੇ ਦੇ ਪਰਿਵਾਰ ਵੀ ਹੁੰਦੇ ਆ। ਜੇ ਥੋੜ੍ਹੀ ਜਿਹੀ ਅਮਾਊਂਟ ਪੇ ਕਰਕੇ ਇੰਡਸਟਰੀ ਦੇ ਵੱਲੋਂ ਥੋੜ੍ਹੀ ਜਿਹੀ ਅਮਾਊਂਟ ਪੇ ਕਰਕੇ ਜੇ ਇਹੋ ਜਿਹੀ ਚੀਜ਼ ਹੋ ਸਕਦੀ ਹੈ ਤੇ ਆਪਾਂ ਨੂੰ ਤਾਂ ਉਹ ਚੀਜ਼ ਰੋਕਣੀ ਚਾਹੀਦੀ ਹੈ। ਅੱਜ ਆਪਾਂ ਕਿਸਾਨਾਂ ਲਈ ਤਾਂ ਕਹਿ ਦਿੰਦੇ ਹਾਂ ਐਗਰੀਕਲਚਰ ਸੈਕਟਰ ਲਈ ਕਿ ਫਟਾਫਟ ਝੋਨਾ ਬੀਜਦੇ ਹਾਂ, ਪਾਣੀ ਦਾ ਲੈਵਲ ਥੱਲੇ ਜਾ ਰਿਹਾ, ਤੇ ਜੇ ਅੱਜ ਇੰਡਸਟਰੀ ਇੱਦਾਂ ਕਰੇਗੀ, ਹੋ ਸਕਦਾ ਇਹਦੇ ਨਾਲ ਇੰਡਸਟਰੀ ਘੱਟ ਪਾਣੀ ਦੇ ਵਿੱਚ ਜ਼ਿਆਦਾ ਕੰਮ ਕੱਢਣ ਦੀ ਕੋਸ਼ਿਸ਼ ਕਰੇਗੀ। ਉੱਦਾਂ ਬੰਦਾ ਕਹਿੰਦਾ ਫਰੀ ਦਾ ਮਿਲ ਰਿਹਾ ਤਾਂ ਰੋੜੀ ਚੱਲੋ। ਸੰਦੀਪ ਜੀ, ਇਹਦੇ ਵਿੱਚ ਨਾ ਤੁਹਾਨੂੰ ਬੇਸਿਕ ਸਮਝਣਾ ਪਊਗਾ ਕਿ ਇੰਡਸਟਰੀ ਦੇ ਉੱਤੇ ਪੋਲਿਊਸ਼ਨ ਬੋਰਡ ਦੇ ਔਰ ਸਾਰੀਆਂ ਡਿਪਾਰਟਮੈਂਟਸ ਦੇ ਸ਼ੁਰੂ ਤੋਂ ਕਾਫੀ ਸਖਤੀ ਔਰ ਨੋਰਮਸ ਫਿਕਸ ਸੀਗੇ, ਜਿਹਦੇ ਵਿੱਚ ਟਾਈਮ ਟੂ ਟਾਈਮ ਇੰਡਸਟਰੀ ਨੇ ਜੋ ਨਵੀਆਂ ਟੈਕਨੋਲੋਜੀਜ਼ ਆਉਂਦੀਆਂ ਗਈਆਂ, ਜੇ ਆਪਣਾ ਪਹਿਲਾਂ ਕਪੜਾ ਡਾਈ ਕਰਨ ਲੱਗੇ 1 ਲੀਟਰ ਨੂੰ 20
ਮਤਲਬ 1 ਕਿਲੋ ਨੂੰ 20 ਲੀਟਰ ਪਾਣੀ ਲੱਗਦਾ ਸੀਗਾ, ਤੇ ਉਹ ਬਾਅਦ ਦੇ ਵਿੱਚ ਮਸ਼ੀਨਾਂ ਆ ਗਈਆਂ 5 ਲੀਟਰ ਦੀਆਂ, 8 ਲੀਟਰ ਦੀਆਂ। ਉਹ ਲੋਕਾਂ ਨੇ ਟਾਈਮ ਟੂ ਟਾਈਮ ਚੇਂਜ ਕਰਕੇ ਪਾਣੀ ਬਚਾਇਆ। ਠੀਕ ਹੈ ਜੀ। ਹੁਣ ਜਦੋਂ ਟੋਟਲ ਪਾਣੀ ਕੰਜ਼ਰਵ ਕਰ ਚੁੱਕੀ ਹੋਈ ਹੈ ਇੰਡਸਟਰੀ, ਤੇ ਇੰਡਸਟਰੀ ਕੋਲ ਹੋਰ ਗੁੰਜਾਇਸ਼ ਨਹੀਂ ਹੈ। ਇਸ ਕਰਕੇ ਇੰਡਸਟਰੀ ਆਪਣੇ ਉਸ ਲੈਵਲ 'ਤੇ ਚੱਲ ਰਹੀ। ਕੁਛ ਇੰਡਸਟਰੀਆਂ ਹੋਊਗੀਆਂ ਜਿਹੜੀਆਂ ਕਰ ਸਕਦੀਆਂ, ਉਹ ਵੀ ਕਰ ਲੈਣਗੀਆਂ। ਪਰ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਗਰਾਊਂਡ ਵਾਟਰ ਦੀ ਸੇਫਟੀ ਹੋਣੀ ਚਾਹੀਦੀ ਹੈ। ਅਸੀਂ ਉਹਦੇ ਨਾਲ ਸਹਿਮਤ ਹਾਂ। ਉਹੀ ਸੋਚਦੇ ਹੋਏ ਆਪਾਂ ਲੋਕਾਂ ਨੇ ਫੈਕਟਰੀਆਂ 'ਚ ਇੰਨੀਆਂ ਇਨਵੈਸਟਮੈਂਟਾਂ ਕੀਤੀਆਂ ਅਤੇ ਮਸ਼ੀਨਰੀ ਚੇਂਜ ਕਰਕੇ ਆਪਾਂ ਪਾਣੀ ਬਚਾਇਆ। ਪਰ ਜਿਹੜਾ ਹੁਣ ਬੇਸਿਕਲੀ ਜਿੰਨਾ ਕੁ ਪਾਣੀ ਲੱਗਣਾ ਉਨਾ ਤਾਂ ਲੱਗਣਾ ਜ਼ਰੂਰੀ ਹੈ, ਉਸ ਤੋਂ ਬਗੈਰ ਅਸੀਂ ਕੰਮ ਨਹੀਂ ਕਰ ਸਕਦੇ। ਔਰ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਗੌਰਮੈਂਟ ਦਾ ਹੀ ਡਾਟਾ ਹੈ, ਸਾਡਾ ਡਾਟਾ ਨਹੀਂ ਹੈਗਾ। 99.5% ਜਿਹੜਾ ਹੈਗਾ ਵਾ ਪਾਣੀ ਜਿਹੜਾ ਹੈਗਾ ਵਾ ਉਹ ਬਾਕੀ ਜਗ੍ਹਾ ਦੇ ਉੱਤੇ ਹੈ। ਟੈਕਸ ਇੰਡਸਟਰੀ ਓਨਲੀ 0.5% ਯੂਜ਼ ਕਰਦੀ ਹੈ, ਅਤੇ ਇਹ ਸਾਰਾ ਟੈਕਸ ਜਿਹੜਾ ਹੈਗਾ ਵਾ ਉਹ 0.5% ਦੇ ਉੱਤੇ ਲੱਗਾ ਵਾ, ਜਦ ਕਿ 99.5% ਡੋਮੈਸਟਿਕ ਐਂਡ ਐਗਰੀਕਲਚਰ ਇਟ ਇਜ਼ ਐਗਜ਼ਮਪਟਡ। ਤੇ ਇਹਦਾ ਮਤਲਬ ਹੈ ਇਸ ਵਾਰੀ ਫੇਰ ਸਾਰਾ ਨਜ਼ਲਾ ਇੰਡਸਟਰੀ ਤੇ ਹੀ ਪਾ ਦਿੱਤਾ। ਹਾਂਜੀ 0.5%। ਤੇ ਹੁਣ ਜੇ ਤੁਸੀਂ ਇਹਨੂੰ ਹੋਰ ਡਿਟੇਲ ਦੇ ਵਿੱਚ ਸਟੱਡੀ ਕਰੋਗੇ, ਜਦੋਂ ਆਪਾਂ 99.5% ਨੂੰ ਛੱਡ ਕੇ ਸਿਰਫ 0.5% ਨੂੰ ਟਾਰਗੇਟ ਕਰਦੇ ਹਾਂ, ਔਰ ਜੇ 0.5% ਦੀ ਤੁਸੀਂ ਚੂੜੀ ਖਿੱਚ ਕੇ ਟੈਕਸ ਵੀ ਲੈ ਲਓ, ਤੇ ਉਸ ਤੋਂ ਬਾਅਦ ਜੇ ਉਹਦੇ ਕੋਲੋਂ ਸੇਵਿੰਗ ਦੀ ਗੁੰਜਾਇਸ਼ 10% ਦੀ ਵੀ ਰੱਖੋ, ਤਾਂ ਵੀ ਮਤਲਬ 0.1% ਵੀ ਤੁਸੀਂ ਸੇਵ ਨਹੀਂ ਕਰ ਸਕਦੇ। ਤੇ ਇਸ ਕਰਕੇ ਗਰਾਊਂਡ ਵਾਟਰ 'ਤੇ ਇਹਦਾ ਕੋਈ ਇਫੈਕਟ ਨਹੀਂ ਆਉਣਾ। ਸਿਰਫ ਔਰ ਸਿਰਫ ਟੈਕਸ ਦੀ ਸ਼ੇਪ 'ਚ ਪੈਸਾ ਜਾਣਾ। ਜੇ ਉਹ ਪੈਸੇ ਨੂੰ ਪ੍ਰੋਪਰ ਯੂਟੀਲਾਈਜ਼ ਕੀਤਾ ਗਿਆ ਦੂਜੇ ਸੈਕਟਰਸ ਦੇ ਵਿੱਚ ਗਰਾਊਂਡ ਵਾਟਰ ਦੇ ਲਈ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜੇ ਉਹ ਵੀ ਵੇਸਟ ਕਰਤਾ ਗਿਆ, ਗਰਾਊਂਡ ਵਾਟਰ ਦੀ ਪੋਜੀਸ਼ਨ ਉਹੀ ਰਹਿਣੀ ਹੈ, ਇੰਡਸਟਰੀ ਵੜ ਜਾਣੀ ਹੈ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੰਡਸਟਰੀ ਨੂੰ ਤਾਰ ਪੀੜੋ ਕਰਨ ਲਈ ਇੱਕ ਵਾਰੀ ਫਿਰ ਇੱਕ ਨਵਾਂ ਟੈਕਸ ਲਗਾਉਣਾ ਸੀ, ਸਰਕਾਰ ਨੇ ਆਪਣੀ ਕਲੈਕਸ਼ਨ ਕਰਨੀ ਸੀ। ਅਦਰਵਾਈਜ਼ ਤੁਹਾਡੀ ਗੱਲ ਜੇ ਅਸੀਂ ਸਮਝੀਏ ਤਾਂ 99.5% ਨੂੰ ਛੱਡ ਕੇ 0.5% ਚੋਂ ਬੰਦਾ ਕਹਿੰਦਾ ਸੀ, ਉਹ ਅੱਗੇ ਅਸੀਂ ਸੁਣਦੇ ਸੀ ਕਿ ਆਟੇ 'ਚ ਨੂਨ ਮਿਲਦਾ ਅਤੇ ਨੂਨ 'ਚ ਆਟਾ, ਮਤਲਬ ਇਹ ਉੱਦਾਂ ਦੀ ਕਹਾਵਤ ਲੱਗ ਰਹੀ ਹੈ ਕਿ ਮਤਲਬ 0.5% ਨੂੰ ਕਰ ਵੀ ਲੈਣਗੇ ਅਤੇ 99.5% ਤਾਂ ਫਿਰ ਫ੍ਰੀ ਹੈ, ਉੱਥੇ ਤਾਂ ਫਿਰ ਨਹੀਂ ਰੁਕਣਾ। ਅੱਛਾ, ਮੇਨ ਇਹੀ ਚੀਜ਼ ਦੇਖਣ ਵਾਲੀ ਹੈ ਕਿ ਇੰਡਸਟਰੀ ਨੂੰ ਹਰ ਜਗ੍ਹਾ ਦੇ ਉੱਤੇ ਐਜ਼ ਏ ਵਿਲੀਅਨ ਸ਼ੋ ਕੀਤਾ ਜਾਂਦਾ ਵਾ ਕਿ ਇਹਨਾਂ ਨੂੰ ਬਹੁਤ ਕਮਾਈ ਹੈ। ਇੰਡਸਟਰੀ ਆਪਣੇ ਟਾਈਮ ਟੂ ਟਾਈਮ ਜੋ ਇੰਪਰੂਵਮੈਂਟਸ ਆ ਉਹ ਕਰਦੀ ਰਹਿੰਦੀ ਹੈ। ਠੀਕ ਹੈ ਨਾ। ਬਜਾਏ ਕਿ ਇਹੀ ਚੀਜ਼ ਸਰਕਾਰਾਂ ਨੇ ਜਿਸ ਵੇਲੇ ਕੋਈ ਕਾਨੂੰਨ ਬਣਾਉਣਾ ਹੁੰਦਾ, ਜੇ ਇੰਡਸਟਰੀ ਨੂੰ ਨਾਲ ਲੈ ਕੇ, ਸਹਿਮਤੀ ਲੈ ਕੇ, ਉਹਨਾਂ ਦੇ ਐਕਸਪੀਰੀਅੰਸ ਨੂੰ ਨਾਲ ਲੈ ਕੇ ਕੀਤਾ ਜਾਵੇ, ਤਾਂ ਇਹਦੇ ਰਿਜ਼ਲਟ ਗਰਾਊਂਡ ਦੇ ਉੱਤੇ ਬਹੁਤ ਵਧੀਆ ਆ ਸਕਦੇ ਆ। ਜਦ ਕਿ ਹਰ ਜਗ੍ਹਾ ਦੇ ਉੱਤੇ ਹੁੰਦਾ ਕੀ ਹੈ ਕਿ ਪਾਣੀ ਦੀ ਸੇਵਿੰਗ ਇੰਡਸਟਰੀ ਨੇ ਕੀਤੀ ਹੋਈ ਹੈ, ਪਰ ਪ੍ਰੋਜੈਕਟ ਕੀ ਕੀਤਾ ਜਾਂਦਾ, ਹੁਣ ਸਾਡੀ ਕੰਜ਼ੰਪਸ਼ਨ ਨੂੰ ਇਹ ਸ਼ੋਅ ਕਰਤਾ ਗਿਆ, ਉਹ 0.5 ਨੂੰ ਦਿਖਾਤਾ ਗਿਆ, ਜਿੱਦਾਂ ਸਾਰੇ ਹੀ ਸਾਡੇ ਕਰਕੇ ਪਾਣੀ ਡਿਪਲੀਟ ਹੋ ਰਿਹਾ। ਮਤਲਬ ਜਦ ਕਿ ਪ੍ਰੋਬਲਮ ਕਿਤੇ ਹੋਰ ਹੈ, ਤੇ ਟਾਰਗੇਟ ਸਿਰਫ ਟੈਕਸੇਸ਼ਨ ਇੰਡਸਟਰੀ ਤੋਂ ਦਿਖਦੀ ਹੈ ਕਿ ਇੱਥੋਂ ਆ ਜਾਣੀ ਹੈ। ਪਰ ਜੇ ਹੁਣ ਮੇਰੀ ਕਮਾਈ ਤੋਂ ਵੱਧ ਮੇਰੇ ਤੋਂ ਟੈਕਸ ਲਓਗੇ ਤਾਂ ਮੈਂ ਕਿੰਨੀ ਕੁ ਦੇਰ ਚਲਾ ਸਕੂੰਗਾ ਫੈਕਟਰੀ, ਇਹ ਮੈਂ ਵੀ ਨਹੀਂ ਜਾਣਦਾ। ਸੋ ਤੁਸੀਂ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਹ ਤਿਆਰੀ ਕਰ ਲਈਏ ਕਿ ਜੇ ਇੱਦਾਂ ਦੇ ਹੀ ਟੈਕਸ ਲੱਗਦੇ ਰਹੇ ਤੇ ਜਿਹੜਾ ਟੈਕਸ ਦਾਤਾ ਹੈ ਉਹ ਵਾਪਸ ਉਹ ਵੀ ਅੰਨਦਾਤਾ ਦਾ ਸ਼ੇਪ ਹੀ ਬਦਲ ਲੇਗਾ, ਉਹ ਵੀ ਸੋਚੇਗਾ ਫਿਰ ਮੈਂ ਐਗਰੀਕਲਚਰ ਹੀ ਕਰਨਾ, ਮੈਨੂੰ ਕੀ ਲੋੜ ਪਈ ਹੈ ਮੈਂ ਇੰਨਾ। ਇਹ ਤਾਂ ਹੁਣ ਟਾਈਮ ਹੀ ਦੱਸੂਗਾ ਕਿ ਜੇ ਹੁਣ ਇੰਡਸਟਰੀ ਦੀ ਰਾਏ ਜਾਂ ਮਤਲਬ ਸਾਰਿਆਂ ਦੀ ਨਾਂ ਲਿੱਤੀ ਗਈ ਤਾਂ ਅੱਗੇ ਤਾਂ ਬਲੈਕ ਡੇਜ਼ ਹੀ ਦਿਖ ਰਹੇ ਨੇ ਇੰਡਸਟਰੀ ਲਈ। ਤੇ ਗੱਲ ਕਰੀਏ ਤਰੁੰਜਨ ਬਾਬਾ ਜੀ ਨਾਲ। ਬਾਬਾ ਜੀ, ਫਿਰ ਅੱਜ ਤੁਸੀਂ ਫਾਈਨਲੀ ਅੱਜ ਜਿਹੜੀ ਇਹ ਮੀਟਿੰਗ ਕੀਤੀ, ਇਹਦਾ ਪਰਪਸ ਕੀ ਸੀ ਤੇ ਇਹਦੇ ਵਿੱਚ ਕੀ ਤੁਸੀਂ ਐਕਸ਼ਨ ਲਿੱਤਾ? ਦੇਖੋ ਜੀ, ਵਪਾਰੀ ਆਰਾਮ ਨਾਲ ਬੈਠ ਕੇ ਸੋਲੂਸ਼ਨ ਲੱਭਦਾ, ਔਰ ਅਸੀਂ ਇਹਦਾ ਇੱਕ ਹੋਰ ਸੋਲੂਸ਼ਨ ਲੱਭਿਆ ਹੈਗਾ। ਅਗਰ ਮੈਂ ਲੁਧਿਆਣੇ ਦੀ ਮਿਊਨਿਸਪਲ ਲਿਮਿਟ ਦੀ ਗੱਲ ਕਰਵਾਂ ਤੇ ਇਸ ਟਾਈਮ ਟੋਟਲ ਜਿਹੜਾ ਡੋਮੈਸਟਿਕ ਪਾਣੀ ਕੰਜ਼ਿਊਮ ਹੋ ਰਿਹਾ ਉਹ ਹੋ ਰਿਹਾ ਹੈਗਾ ਤਕਰੀਬਨ 700 ml, ਔਰ ਇੰਡਸਟਰੀ ਤਕਰੀਬਨ 125-150 ml ਕੰਜ਼ਿਊਮ ਕਰ ਰਹੀ ਹੈ, ਤੇ ਟੋਟਲ 850 ml ਪਾਣੀ ਹੈ। ਸਾਡੇ ਲੁਧਿਆਣੇ ਤੋਂ 20 ਕਿਲੋਮੀਟਰ ਸਾਹਨੇਵਾਲ ਹੈ ਦੁਰਾਹਾ, ਔਰ 22 ਕਿਲੋਮੀਟਰ ਹੀ ਪੈਂਦਾ ਨੀਲੋ। 1100 ਟਿਊਬਲ ਮਿਊਨਿਸਪਲ ਕਾਰਪੋਰੇਸ਼ਨ ਨੇ ਲਗਾਇਆ ਹੋਇਆ, ਜਿਸ ਦੀ ਇੰਨੀ ਜ਼ਬਰਦਸਤ ਐਕਸਟ੍ਰੈਕਸ਼ਨ ਕਾਸਟ ਆ ਰਹੀ ਹੈ। ਪੁਰਾਣੇ ਢੰਗ ਦੀਆਂ ਮੋਟਰਾਂ ਲੱਗੀਆਂ ਹੋਈਆਂ, ਉਹ ਟੈਂਕੀਆਂ ਲਗਾਈਆਂ ਦੀਆਂ ਹੈਗੀਆਂ। ਵਾਈ ਨਾਟ ਪੰਜਾਬ ਗੌਰਮੈਂਟ ਸਰਫੇਸ ਵਾਟਰ ਯੂਜ਼ ਕਰਦੀ, ਔਰ ਟੋਟਲ ਮੈਂ ਸਮਝਦਾ ਵੀ 100-150 ਕਰੋੜ ਦਾ ਖਰਚਾ ਨਹੀਂ ਆਉਣਾ ਹੈਗਾ। ਅਗਰ 2 ਪਾਈਪਾਂ, ਇੱਕ ਨੀਲੋ ਤੋਂ ਔਰ ਇੱਕ ਦੁਰਾਹੇ ਤੋਂ ਸਿੱਧਾ ਲੁਧਿਆਣੇ ਦੀ ਸ਼ਹਿਰ ਨੂੰ ਅਗਰ ਲਿਆ ਕੇ ਜੋੜ ਦਿੱਤਾ ਜਾਏ, ਤੇ ਇੱਕ ਸਾਲ 'ਚ ਜਿਹੜਾ ਅੱਜ 400 ਫੁੱਟ 500 ਫੁੱਟ ਗਰਾਊਂਡ ਵਾਟਰ ਥੱਲੇ ਚਲੇ ਗਿਆ ਹੈਗਾ ਨਾ ਜੀ, ਇੱਕ ਸਾਲ 'ਚ ਮੀਂਹ ਪੈਣਾ ਤੇ ਇਹਨੇ ਦੁਆਰ ਤੇ 80 ਫੁੱਟ ਤੇ ਆ ਜਾਣਾ। ਔਰ ਸਰਫੇਸ ਵਾਟਰ ਟੋਟਲ ਫ੍ਰੀ ਆਫ ਕਾਸਟ ਹੈ, ਟੋਟਲ ਫ੍ਰੀ ਆਫ ਕਾਸਟ।
ਬਹੁਤ ਹੀ ਘੱਟ, ਚਾਹੇ ਇੰਡਸਟਰੀ ਯੂਜ਼ ਕਰੇ ਚਾਹੇ ਡੋਮੈਸਟਿਕ ਯੂਜ਼ ਕਰਨ। ਘਰਾਂ ਦੇ ਸਾਡੇ ਟਿਊਬਵੈੱਲ ਵੀ ਹਟ ਜਾਣਗੇ, ਸਾਡੇ ਬਿਜਲੀ ਦੇ ਖਰਚੇ ਵੀ ਹਟ ਜਾਣਗੇ, ਕਾਰਪੋਰੇਸ਼ਨ ਦੇ ਟਿਊਬਵੈੱਲ ਦੇ ਖਰਚੇ ਵੀ ਹਟ ਜਾਣਗੇ, ਸਾਡੇ ਇੰਡਸਟਰੀ ਦੇ ਟਿਊਬਵੈੱਲ ਦੇ ਖਰਚੇ ਵੀ ਬਚ ਜਾਣਗੇ। ਟੋਟਲ ਮਿਨੀਮਮ ਕਾਸਟ ਸਾਡੀ ਸਰਫੇਸ ਵਾਟਰ ਦੇ ਨਾਲ ਪਏਗੀ ਤੇ ਸਾਡਾ ਇਨਵਾਇਰਨਮੈਂਟ ਵੀ ਸਾਡਾ ਬਚੂਗਾ। ਤੇ ਜੇ ਗੱਲ ਕਰੀਏ ਜਿਹੜਾ 250 ਕਰੋੜ ਰੁਪਏ ਦਾ ਇੱਕ ਟੈਕਸ ਦੀ ਗੱਲ ਕੀਤੀ ਹੈ, ਇਹੀ ਹੈ ਜਾਂ ਇਹਦੇ ਵਿੱਚ ਵੀ ਕੁਝ ਹੋਰ ਹਿਡਨ ਚਾਰजेस ਤਾਂ ਨਹੀਂ ਹੈਗੇ, ਜਾਂ ਇਹ 250 ਕਰੋੜ ਕਿੰਨੀ ਦੇਰ ਲਈ ਵਨ ਟਾਈਮ ਹੈ ਜਾਂ ਕਿੱਦਾਂ? ਨਹੀਂ ਜੀ, ਆ ਤਾਂ ਐਨੂਅਲੀ ਪਏਗਾ ਸਾਨੂੰ ਜੀ, ਆ 250 ਕਰੋੜ ਰੁਪਏ ਐਨੂਅਲੀ ਪੈਣਾ ਜੀ ਸਾਡੀ ਇੰਡਸਟਰੀ ਨੂੰ। ਸਾਡੇ ਪਲੱਸ ਇਹਦੇ ਵਿੱਚ GST ਵੀ ਇਹ 'ਚ ਸ਼ਾਇਦ ਇਹ 'ਚ ਲੱਗੇਗਾ। 250 ਕਰੋੜ ਰੁਪਏ ਦਾ ਸਾਨੂੰ, ਅਸੀਂ ਤਾਂ ਪਰਮਾਨੈਂਟ 250 ਕਰੋੜ ਰੁਪਇਆ ਆ ਵਾਟਰ ਸੈਸ ਦੇਣ ਵਾਸਤੇ ਬਾਉਂਡ ਹੋ ਗਏ ਹਾਂ। ਤੇ ਜੇ ਗੱਲ ਕਰੀਏ, ਜੇ ਸਰਕਾਰਾਂ ਨੂੰ ਤੁਸੀਂ ਉਹਨੂੰ ਆਬਜੈਕਸ਼ਨ ਭੇਜ ਰਹੇ ਹੋ, ਜੇ ਆਬਜੈਕਸ਼ਨ ਤੁਹਾਡੀ ਨਹੀਂ ਮੰਨਦੇ ਤਾਂ ਫਿਰ ਤੁਹਾਡਾ ਕੀ ਅਗਲਾ ਸਟੈਪ ਹੋਏਗਾ? ਦੇਖੋ ਜੀ, ਡੈਮੋਕ੍ਰੈਟਿਕ ਕੰਟਰੀ ਹੈ, ਅਸੀਂ ਪਹਿਲੇ ਤਾਂ ਵਪਾਰੀ ਬੰਦੇ ਹੈਗੇ, ਅਸੀਂ ਇਹਨੂੰ ਲੀਗਲੀ ਪਰਸਿਊ ਕਰਾਂਗੇ। ਉਸ ਤੋਂ ਬਾਅਦ ਡੈਮੋਕ੍ਰੇਸੀ ਦੇ ਮੁਤਾਬਿਕ ਅਸੀਂ ਪ੍ਰੋਟੈਸਟ ਕਰਾਂਗੇ। ਸਾਨੂੰ ਵੀ ਅੱਜ ਕਿਸਾਨਾਂ ਨੂੰ ਸੜਕਾਂ 'ਤੇ ਆਉਣਾ ਪਏਗਾ। ਅਸੀਂ ਇਹਦਾ ਪੂਰਾ ਬਰਜੋਰ ਇਹਦਾ ਪ੍ਰੋਟੈਸਟ ਕਰਾਂਗੇ, ਕਿਉਂਕਿ ਆ ਇੰਡਸਟਰੀ ਨੂੰ ਕਿਸੇ ਵੀ ਕੀਮਤ 'ਤੇ ਬੇਅਰ ਨਹੀਂ ਕਰ ਸਕਦੀ ਸਾਡੀ। ਇਸ ਤੋਂ ਅੱਛਾ ਤਾਂ ਅਸੀਂ ਆਪਣੀ ਫੈਕਟਰੀਆਂ ਬੰਦ ਕਰ ਦਿਆਂਗੇ। ਤੇ ਜੇ ਤੁਸੀਂ ਕਹਿ ਰਹੇ ਹੋ ਪ੍ਰੋਟੈਸਟ ਕਰਾਂਗੇ, ਆ ਸਾਰੀਆਂ ਚੀਜ਼ਾਂ ਕਰਾਂਗੇ, ਕੀ ਤੁਸੀਂ ਵੀ ਕਿਸਾਨਾਂ ਦੀ ਤਰ੍ਹਾਂ ਇੱਦਾਂ ਹੀ ਸੜਕਾਂ 'ਤੇ ਆਓਗੇ? ਬਿਲਕੁਲ ਜੀ, ਸਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਬਚਣੀ। ਜਦ ਮੇਰੀ ਇੰਡਸਟਰੀ ਵਾਇਬਲ ਹੀ ਨਹੀਂ ਰਹੂਗੀ, ਮੈਨੂੰ ਉਹ 'ਚ ਮੁਨਾਫਾ ਹੀ ਨਹੀਂ ਹੋਊਗਾ, ਦਾੜੀ ਨਾਲੋਂ ਵੱਡੀਆਂ ਮੁੱਛਾਂ ਹੋ ਜਾਣਗੀਆਂ, ਤੇ ਓਬਵੀਅਸਲੀ ਮੈਂ ਆਪਣੀ ਫੈਕਟਰੀ ਨੂੰ ਤਾਲਾ ਮਾਰੂੰਗਾ, ਮੈਂ ਵੀ ਆਪਣੀ ਲੇਬਰ ਨੂੰ ਲੈ ਕੇ ਸੜਕਾਂ ਉੱਪਰ ਮੈਂ ਅੱਗੇ ਬਹਿ ਜਾਊਂਗਾ। ਸਰ ਜੇ ਗੱਲ ਕਰੀਏ ਤਾਂ ਸਿਰਫ ਔਰ ਸਿਰਫ ਡਾਈਂਗ ਇੰਡਸਟਰੀ ਹੀ ਜਾਂ ਟੈਕਸਟਾਈਲ ਉਹਦੇ ਨਾਲ ਜੁੜੀ ਟੈਕਸਟਾਈਲ ਐਂਡ ਡਾਈਂਗ ਇੰਡਸਟਰੀ ਰੌਲਾ ਪਾ ਰਹੀ ਹੈ ਇਸ ਮੁੱਦੇ ਤੇ, ਜਦ ਕਿ ਇਹ ਓਵਰਆਲ ਇੰਡਸਟਰੀ ਲਈ ਸਰਕਾਰ ਨੇ ਜਿਹੜਾ ਹੈਗਾ ਇਹਨੂੰ ਕੱਢਿਆ ਹੈ। ਤੇ ਮਤਲਬ ਇਲੈਕਟ੍ਰੋਪਲੇਟਿੰਗ ਵੀ ਹੈ, ਉਹ ਸਾਰੇ ਹੈ, ਉਹਨਾਂ ਨੂੰ ਵੀ ਪਾਣੀ ਟਰੀਟ ਕਰਨਾ ਪੈਂਦਾ, ਉਹ ਵੀ ਪਾਣੀ ਯੂਜ਼ ਕਰਦੇ, ਉਹ ਕਿਉਂ ਨਹੀਂ ਰੌਲਾ ਪਾ ਰਹੇ? ਸਰ ਇਸ ਤਰ੍ਹਾਂ ਹੈਗਾ, ਇਲੈਕਟ੍ਰੋਪਲੇਟਿੰਗ ਦੇ ਵਿੱਚ ਤਾਂ ਬਹੁਤ ਹੀ ਘੱਟ, ਕਿਤੇ 500 ਲੀਟਰ ਯੂਜ਼ ਹੁੰਦਾ ਹੈ ਰੋਜ਼ ਦਾ, ਕਿਤੇ 1000 ਲੀਟਰ ਯੂਜ਼ ਹੁੰਦਾ ਹੈ। ਇਲੈਕਟ੍ਰੋਪਲੇਟਿੰਗ ਦਾ ਤਾਂ ਸਾਡੇ ਮੂਹਰੇ 0.1% ਵੀ ਪਾਣੀ ਦੀ ਉਹ ਰੇਸ਼ੋ ਨਹੀਂ ਹੈਗੀ। ਅੱਛਾ ਜੀ। ਤੇ ਇਸ ਕਰਕੇ, ਔਰ ਸਾਡੀ ਜਿਹੜੀ ਡਾਈਂਗ ਇੰਡਸਟਰੀ ਹੈਗੀ ਨਾ ਜੀ, ਆ ਸਮਝਣਾ ਪਏਗਾ, ਸਾਡੀ ਡਾਈਂਗ ਇੰਡਸਟਰੀ ਟੈਕਸਟਾਈਲਸ ਦੀ ਬੈਕਬੋਨ ਹੈ, ਮਦਰ ਇੰਡਸਟਰੀ ਹੈ। ਅਗਰ ਡਾਈਂਗ ਬੰਦ ਹੋ ਗਈ ਨਾ ਜੀ, ਸਾਡੀ ਨਿਟਿੰਗ, ਸਾਡੀ ਵੀਵਿੰਗ, ਸਾਡੀ ਗਾਰਮੈਂਟਿੰਗ, ਐਵਰੀ ਟੈਕਸਟਾਈਲ ਦਾ ਪੂਰੀ ਇੰਡਸਟਰੀ ਬੰਦ ਹੋ ਜਾਊਗੀ ਜੇ ਆਹ 300 ਡਾਈਂਗ ਦੀਆਂ ਫੈਕਟਰੀਆਂ ਸਾਡੀਆਂ ਬੰਦ ਹੋ ਗਈਆਂ। ਠੀਕ ਹੈ ਸਰ। ਸਰ ਇੱਕ ਆਖਰੀ ਕੁਐਸਚਨ ਰਜਤ ਜੀ ਤੁਹਾਡੇ ਤੋਂ, ਕਿ ਇਹ ਜਿਹੜਾ ਹੈਗਾ ਸੈਂਟਰਲ ਗਰਾਊਂਡ ਵਾਟਰ ਜਿਹੜਾ ਅਥਾਰਟੀ ਹੈ, ਇਹ ਜਿਹੜਾ ਟੈਕਸ ਲਿਆਇਆ ਗਿਆ, ਇਹ ਪੋਲੂਸ਼ਨ ਦੇ ਕਰਕੇ ਲਿਆਇਆ ਗਿਆ ਜਾਂ ਕੀ ਬੇਸਿਕਲੀ ਸਰਫੇਸ ਵਾਟਰ ਦੀ ਸੇਫਟੀ ਲਈ ਲਿਆਇਆ? ਇਹ ਸਿਰਫ ਗਰਾਊਂਡ ਵਾਟਰ ਦੀ ਸੇਫਟੀ ਔਰ ਉਹਦੀ ਮੈਨੇਜਮੈਂਟ ਦੇ ਲਈ ਉਹਨਾਂ ਨੇ ਇਹ ਕਮੇਟੀ ਗਠਿਤ ਕੀਤੀ ਸੀਗੀ ਕਿ ਜਿਹੜਾ ਡਿਪਲੀਟਿੰਗ ਹੋ ਰਿਹਾ ਗਰਾਊਂਡ ਵਾਟਰ, ਉਹਨੂੰ ਮਤਲਬ ਰੋਕਣ ਲਈ ਕੀ ਕੀਤਾ ਜਾ ਸਕਦਾ। ਸੋ ਤੁਸੀਂ ਫਾਈਨਲੀ ਫਿਰ ਸਰਕਾਰ ਤੋਂ ਤੁਹਾਡੇ ਲੋਕਾਂ ਦੀ ਐਜ਼ ਏ ਇੰਡਸਟਰੀ ਕੀ ਮੰਗ ਹੈ? ਸਰ ਸਾਡੀ ਇਹੀ ਮੰਗ ਹੈ ਕਿ ਇੰਡਸਟਰੀ ਨੂੰ ਸੁਣਿਆ ਜਾਣਾ ਚਾਹੀਦਾ, ਔਰ ਰੇਟ ਜਿਹੜੇ ਹੈਗੇ ਆ ਉਹ ਟੈਕਸਟਾਈਲ ਦੇ ਲਈ, ਜਿੱਦਾਂ ਆਪਾਂ ਬਾਕੀ ਸੈਕਟਰਸ ਨੂੰ ਐਗਜ਼ੈਂਪਟ ਕਰ ਸਕਦੇ ਆ, ਤੇ ਟੈਕਸਟਾਈਲ ਦੇ ਵਿੱਚ ਜਦ ਰॉ ਮਟੀਰੀਅਲ ਸਾਡਾ ਹੈਗਾ ਤਾਂ ਰੇਟ ਇੰਨੇ ਕੁ ਮਿਨੀਮਮ ਹੋਣੇ ਚਾਹੀਦੇ ਆ ਕਿ ਅਸੀਂ ਉਹਨੂੰ ਪੇ ਕਰ ਸਕੀਏ, ਕਿਉਂਕਿ ਅਸੀਂ ਪਾਰਟ ਬਣਨਾ ਚਾਹੁੰਦੇ ਆ ਸਰਕਾਰ ਦਾ ਇਸ ਡਿਵੈਲਪਮੈਂਟ ਦੇ ਵਿੱਚ, ਨਾ ਕਿ ਐਜ਼ ਏ ਸਾਨੂੰ ਵਿਲੀਅਨ ਸ਼ੋਅ ਕੀਤਾ ਜਾਵੇ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਵੈਸੇ ਤਾਂ ਮੈਂ ਤੁਹਾਨੂੰ ਵਿਲੀਅਨ ਦੀ ਗੱਲ ਤੋਂ ਕਹਾਂ, ਉਹ ਕਹਿੰਦੇ ਆ ਕਿ ਬਦਨਾਮ ਹੋਏ ਤਾਂ ਕਿਆ ਨਾਮ ਨਾ ਹੋਆ, ਇੰਡਸਟਰੀ ਦਾ ਇੰਨਾ ਤਾਂ ਨਾਮ ਹੋ ਗਿਆ ਇਸੇ ਡਾਈਂਗ ਇੰਡਸਟਰੀ ਦਾ, ਤਾਂ ਖਾਸ ਕਰਕੇ ਇੱਕ ਵਾਰੀ ਫਿਰ ਵਿਲਨ ਬਣ ਵੀ ਗਏ ਤਾਂ ਕੀ ਹੈ, ਘੱਟੋ ਘੱਟ ਕੰਟਰੀਬਿਊਸ਼ਨ ਤਾਂ ਕਰੋ। ਸਰ ਜਦੋਂ ਕਮਾਈ ਤੋਂ ਵੱਧ ਹੋ ਜਾਵੇ ਫਿਰ ਆਪਸ਼ਨ ਸਾਡੇ ਕੋਲ ਬਹੁਤ ਲਿਮਿਟਿਡ ਰਹਿ ਜਾਂਦੀਆਂ, ਕਿਉਂਕਿ ਘਾਟੇ 'ਚ ਤਾਂ ਹੁਣ ਕੋਈ ਇੰਡਸਟਰੀ ਕੰਮ ਕਰੂਗੀ ਨਹੀਂ, ਇਸ ਕਰਕੇ ਜਾਂ ਤਾਂ ਅੱਗਿਓਂ ਚਾਰਜ ਕੀਤੀ ਜਾਵੇ, ਪਰ ਜਦੋਂ ਆਪਣੀ ਕਾਸਟ ਵੱਧਦੀ ਹੈ, ਆਪਾਂ ਇੰਟਰਨੈਸ਼ਨਲ ਮਾਰਕੀਟ 'ਚੋਂ ਪਹਿਲਾਂ ਹੀ ਕੰਪੀਟੀਸ਼ਨ 'ਚੋਂ ਬਾਹਰ ਹੋ ਚੁੱਕੇ ਹੋਏ ਹਾਂ, ਜਿਹਦੇ ਕਰਕੇ ਵੋਲੀਅਮਸ ਡਾਊਨ ਆ ਚੁੱਕੇ ਹੋਏ ਆਪਣੀ ਇੰਡਸਟਰੀ ਦੇ। ਠੀਕ ਹੈ ਨਾ ਜੀ। ਹੁਣ ਜਦੋਂ ਆਪਾਂ ਹੋਰ ਐਡੀਸ਼ਨਲ ਇੱਦਾਂ ਦੀਆਂ ਇਨਐਫੀਸ਼ੀਐਂਟ ਕਾਸਟਸ ਆਪਾਂ ਐਡ ਕਰ ਦਾਂਗੇ, ਉਹਦੇ ਨਾਲ ਕੰਮ ਵਧਣ ਦੀ ਗੁੰਜਾਇਸ਼ ਤਾਂ ਕਿਤੇ ਦਿਖਦੀ ਨਹੀਂ। ਥੈਂਕ ਯੂ। ਤੇ ਦੋਸਤੋ, ਇਹ ਸੀਗੇ ਰਜਤ ਸੂਦ ਜੀ, ਜਾਂ ਡਾਈਂਗ ਇੰਡਸਟਰੀ ਦੇ ਹੋਰ ਜਿਹੜੇ ਹੈਗੇ ਆ ਮਾਹਰ। ਉਹਨਾਂ ਨੇ ਬੜਾ ਕਲੀਅਰ ਦੱਸਿਆ ਕਿ ਡਾਈਂਗ ਇੰਡਸਟਰੀ ਇਹਦੇ ਵਿੱਚ ਜਿਹੜਾ ਹੈਗਾ ਪਾਰਟਿਸਪੇਸ਼ਨ ਕਰਨਾ ਚਾਹੁੰਦੀ ਹੈ, ਪਰ ਉਹ ਕਹਿੰਦੇ ਕਿ ਬੜਾ ਰੀਜ਼ਨੇਬਲ ਹੋਵੇ, ਕਿਉਂਕਿ ਉਹ ਵੀ ਚਾਹੁੰਦੇ ਆ ਕਿ ਜਿਹੜਾ ਪਾਣੀ ਦਾ ਸਰਫੇਸ ਹੈਗਾ ਉਹਨੂੰ ਸਹੀ ਸਲਾਮਤ ਰੱਖਿਆ ਜਾਏ, ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਆ, ਪਰ ਉਹ ਕਹਿ ਰਹੇ ਕਿ ਜਿਸ ਹਿਸਾਬ ਨਾਲ ਟੈਕਸਿਸ ਲਗਾਏ ਜਾ ਰਹੇ ਆ ਉਹ ਜਿਹੜੇ ਹੈਗੇ ਵਾਈਬਲ ਨਹੀਂ ਹੈ, ਇਹਦੇ ਨਾਲ ਇੰਡਸਟਰੀ ਜਿਹੜੀ ਹੈਗੀ ਹੈ ਉਹੀ ਆਊਟ ਆਫ ਬਜਟ ਹੋ ਜਾਏਗੀ। ਤੇ ਇੱਦਾਂ ਹੀ ਤੁਹਾਨੂੰ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਵਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।